ਨਾ ਮੁਰਾਦ ਬਿਮਾਰੀ ਦੀ ਗਿਰਫਤ ਵਿੱਚ ਆ ਜਾਂਦੀ, ਜਾਹੀ ਰੋਗ ਮੇਰੇ ਅੰਦਰ ਆਪਣੇ ਫਣ ਉਠਾਉਂਦਾ, ਗੁਰੂ ਜੀ ਨੇ ਉਸ ਫਣ ਨੂੰ ਪਹਿਲਾਂ ਹੀ ਕੁਚਲ ਕੇ ਮੇਰਾ ਕਲਿਆਣ ਕਰ ਦਿੱਤਾ। जय गुरु जी, शुक्राना गुरु जी, कोटि कोटि प्रणाम मेरे गुरु जी। सारी संगत में मेरा जय गुरु जी, रूहानी आंटी ने मेरा जय गुरु जी। पहला मैं अपना मंत्र जाप कर दिया। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, कोटि कोटि प्रणाम मेरे गुरु जी। संगत जी, गुरु महाराज जी ने बहुत मेहर की। ਜਿਹੜਾ ਮੇਰਾ ਸੋਮਵਾਰ ਦਾ ਸਤਸੰਗ ਸੀ ਉਹਦੇ ਵਿੱਚ ਗੁਰੂ ਮਹਾਰਾਜ ਨੇ ਇਹੀ ਹਿੰਟ ਦਿੱਤਾ ਕਿ ਬੁਰਾ ਬਹੁਤ ਭਾਰੀ ਆਇਆ ਹੋਇਆ ਸੀਗਾ, ਮਤਲਬ ਕਿ ਤੁਹਾਡੇ ਤੇ ਸੰਕਟ, ਉਹ ਮੈਂ ਕੱਟਿਆ ਤੇ ਕੁੜੀਏ, ਤੇ ਇਸ ਕਰਕੇ ਹੇ ਮੇਰੇ ਗੁਰੂ ਮਹਾਰਾਜ ਜੀ, ਜਿਹੜੇ ਸਾਡੇ ਤੇ ਕੋਈ ਕੀਤੇ ਕਿਰਾਏ ਦੇ ਅਸਰ ਹੈ ਤੁਸੀਂ ਕੱਟ ਰਹੇ ਹੋ, ਮੇਰੇ ਮਾਲਕਾ ਸਾਡੇ ਬਹੁਤ ਚੰਗੇ ਕਰਮ ਹੈ ਕਿ ਸਾਡੇ ਮਾਲਕ ਨੇ ਸਾਡੇ ਤੱਕ ਭੋਰਾ ਕਸ਼ਟ ਨਹੀਂ ਆਣ ਦਿੱਤਾ, ਸੁਪਨੇ ਰਾਹੀਂ ਕੱਟ ਦਿੱਤਾ। ਮੇਰੇ ਗੁਰੂ ਮਹਾਰਾਜ ਜੀ, ਬਹੁਤ ਸਾਡੇ ਚੰਗੇ ਕਰਮ ਹੈ ਕਿ ਤੁਸੀਂ ਸਾਡਾ ਹੱਥ ਫੜਿਆ। ਮੈਂ ਆਪਣੇ ਗੁਰੂ ਮਹਾਰਾਜ ਦੇ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰਾਨਾ ਕਰਾਂ। ਗੁਰੂ ਮਹਾਰਾਜ ਜੀ, ਵਾਰ-ਵਾਰ ਮੇਰੀ ਇਹੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ, ਸ਼ੁਕਰਾਨਾ 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 ਮੇਰੇ ਗੁਰੂ ਜੀ, ਸਾਡੇ ਸੰਕਟ ਕੱਟਣ ਤੇ ਤੁਸੀਂ ਜਿਹੜੀ ਇੰਨੀ ਮਿਹਰ ਕੀਤੀ। ਜੇ ਸਾਡੇ ਤੇ ਸੰਕਟ ਆਉਂਦਾ ਤਾਂ ਕਿੰਨਾ ਮੁਸ਼ਕਲ ਹੁੰਦਾ ਸਾਨੂੰ, 2 ਮਿੰਟ ਵੀ ਜਦੋਂ ਸਾਡੇ ਤੇ ਕੋਈ ਸੰਕਟ ਆਉਂਦਾ ਸਾਨੂੰ ਸਾਹ ਨਹੀਂ ਆਉਂਦਾ, ਟੈਨਸ਼ਨਾਂ ਹੋਣ ਲੱਗ ਜਾਂਦੀਆਂ, ਖਾਣਾ ਪੀਣਾ ਵੀ ਭੁੱਲ ਜਾਂਦਾ ਵਾ। ਮੇਰੇ ਗੁਰੂ ਮਹਾਰਾਜ ਜੀ, ਇੰਨੀ ਕਿਰਪਾ ਤੁਹਾਡੀ ਹੋਈ, ਮੇਰਾ ਮਨ ਬਹੁਤ ਖੁਸ਼ ਹੋਇਆ ਜਦੋਂ ਮੈਂ ਹਿੰਟ ਪੜਿਆ ਵੀ ਬਹੁਤ ਭਾਰੀ ਸੰਕਟ ਸੀ ਤੁਹਾਡੇ ਤੇ, ਮੈਂ ਕੱਟਿਆ। ਮੇਰੇ ਗੁਰੂ ਮਹਾਰਾਜ ਜੀ, ਇੰਨੀ ਮਿਹਰ ਸਾਡੇ ਤੇ ਕੀਤੀ ਹੈ, ਇਸ ਤਰ੍ਹਾਂ ਹੀ ਸਾਨੂੰ ਚਰਨਾਂ ਦੇ ਨਾਲ ਇੱਕ ਪਲ ਵੀ ਦੂਰ ਨਾ ਕਰਿਓ, ਕਿਉਂਕਿ ਮੈਨੂੰ ਜਦੋਂ ਵੀ ਕੋਈ ਗਿਆਨ ਬੁਰਾ ਆਉਂਦਾ ਮੈਂ ਆਪਣੇ ਸਤਸੰਗ ਦੇ ਵਿੱਚ ਹੀ ਸੁਣਾਉਂਦੀ ਹਾਂ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਮੈਨੂੰ ਹੋਰ ਕੋਈ ਰਸਤਾ ਨਹੀਂ ਹੈ, ਨਾ ਮੈਂ ਕਿਸੇ ਕੋਲ ਗੱਲ ਕਰਦੀ ਹਾਂ। ਮੈਂ ਪਹਿਲਾਂ ਵੀ ਦੱਸਿਆ ਸੀ, ਜੋ ਵੀ ਮੇਰੇ ਅੰਦਰ ਗੱਲਬਾਤ ਚੰਗਾ ਮਾੜਾ ਜੋ ਵੀ ਹੁੰਦਾ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਦੱਸਦੀ ਹਾਂ। ਮੇਰੇ ਮਾਲਕ ਨੇ ਮੇਰੇ ਤੇ ਬਹੁਤ ਮਿਹਰ ਕੀਤੀ ਹੈ। ਹੇ ਮੇਰੇ ਦਾਤਿਆ, ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ, ਮੈਨੂੰ ਐ ਲੱਗਿਆ ਵੀ ਬਸ ਮੈਂ ਸਰੀਰ ਮੇਰਾ ਹਲਕਾ ਹਲਕਾ ਹੋਣ ਲੱਗ ਗਿਆ ਕਿ ਮੇਰੇ ਮਾਲਕ ਨੇ ਮੇਰੇ ਸਾਰਾ ਸੰਕਟ ਕੱਟ ਦਿੱਤਾ। ਜੋ ਰਾਤ ਨੂੰ ਸੁਪਨੇ 'ਚ ਬੁਰਾ ਗਿਆਨ ਦਿਖਾਇਆ, ਮੇਰੇ ਗੁਰੂ ਮਹਾਰਾਜ ਨੇ ਸਾਰਾ ਕੱਟ ਦਿੱਤਾ। ਤੇ ਪਰ ਮੈਂ ਸਤਸੰਗ ਰੋਜ਼ ਡੇਲੀ ਬਹੁਤ ਸੁਣਦੀ ਹਾਂ, ਜਿੰਨਾ ਮੇਰੇ ਕੋਲ ਟਾਈਮ ਹੋਵੇ ਮੈਂ ਸਤਸੰਗ ਸੁਣਦੀ ਹਾਂ, ਸੁਬਾਹ ਸ਼ਾਮ ਸਤਸੰਗ ਹੀ ਲਗਾਉਂਦੀ ਹਾਂ, ਹੋਰ ਚੀਜ਼ਾਂ ਘੱਟ, ਜਾਂ ਮੈਂ ਮਾੜਾ ਮੋਟਾ ਆਪਣੇ ਚੈਨਲ ਤੇ ਕੋਈ ਆਪਦਾ ਮਾੜਾ ਮੋਟਾ ਇੰਜੋਏ, ਜਿਵੇਂ ਕੋਈ ਭਜਨ ਬੋਲਣੇ ਜਾਂ ਕੋਈ ਹੋਰ ਕਰਨਾ, ਕਰਦੀ ਹਾਂ। ਮੇਰੇ ਗੁਰੂ ਮਹਾਰਾਜ ਜੀ, ਬਸ ਮੈਨੂੰ ਇੰਨੀ ਮਿਹਰ ਮੇਰੇ ਤੇ ਕਰੀ ਰੱਖਿਓ ਕਿ ਮੈਨੂੰ ਆਪਣੇ ਚਰਨਾਂ ਤੋਂ ਇੱਕ ਪਲ ਵੀ ਦੂਰ ਨਾ ਹੋਣ ਦੇਈਓ। ਮੇਰੇ ਮਾਲਕਾ, ਸਾਡੇ ਸਾਰੇ ਪਰਿਵਾਰ ਤੇ ਤੁਹਾਡਾ ਹੱਥ ਆਇਆ ਹੋਇਆ ਵਾ। ਸਾਡੇ ਤਿੰਨੇ ਜਾਣੇ ਮੈਂਬਰ ਗੁਰੂ ਮਹਾਰਾਜ ਦੇ ਸੁਬਾਹ ਸ਼ਾਮ ਜਾਪ ਕਰਦੇ ਆ, ਜੋ ਉਪਾਏ ਗੁਰੂ ਮਹਾਰਾਜ ਜੀ ਦੱਸਦੇ ਆ ਅਸੀਂ ਉਸ ਤਰ੍ਹਾਂ ਹੀ ਅਪਣਾਉਂਦੇ ਆ, ਉਸ ਤਰ੍ਹਾਂ ਹੀ ਕਰਦੇ ਆ। ਸਾਡੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਮਾਲਕ ਨੇ ਕਿਹਾ ਵੀ ਤੁਹਾਡੇ ਅੰਦਰ ਪਲ ਰਹੀਆਂ, ਅਸੀਂ ਉਹ ਬਿਮਾਰੀਆਂ ਦਾ ਵੀ ਸ਼ੁਕਰਾਨਾ ਕਰਦੇ ਹਾਂ। ਮਾਲਕਾ, ਤੁਹਾਡੇ ਚਰਨਾਂ ਦੇ ਵਿੱਚ ਪਹਿਲੇ ਦਿਨ ਹੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਬੇਨਤੀ ਕੀਤੀ ਸੀ ਕਿ ਹੇ ਗੁਰੂ ਮਹਾਰਾਜ ਜੀ, ਮੈਂ ਪਾਠ ਪੂਜਾ ਮੇਰੀ ਜਿੰਨੀ ਮਰਜ਼ੀ ਵਧਾ ਦਿਓ, ਆਪਣੇ ਚਰਨਾਂ ਨਾਲ ਲਾਈ ਰੱਖਿਓ, ਪਰ ਮੈਂ ਡਾਕਟਰ ਦੇ ਨਹੀਂ ਜਾਣਾ, ਮੇਰੇ ਡਾਕਟਰ ਤੁਸੀਂ ਹੋ। ਆਪਣੇ ਆਸ਼ੀਰਵਾਦ ਨਾਲ, ਆਪਣੇ ਜਲ ਪ੍ਰਸ਼ਾਦ ਨਾਲ, ਆਪਣੇ ਤਿਲਕ ਦੇ ਨਾਲ ਸਾਡਾ ਜੋ ਵੀ ਹੈ ਕਸ਼ਟ ਕੱਟ ਦਿਓ, ਔਰ ਸਤਸੰਗ ਸੁਣਨ ਨਾਲ ਕੱਟ ਦਿਓ, ਸਤਸੰਗ ਸੁਣਾਉਣ ਨਾਲ ਕੱਟ ਦਿਓ। ਮੇਰੇ ਮਾਲਕਾ, ਇਸ ਤਰ੍ਹਾਂ ਹੀ ਮੇਰਾ ਸਾਡੇ ਤੇ ਬਣਾਈ ਰੱਖਿਓ। ਇੱਕ ਛੋਟਾ ਜਿਹਾ ਸਤਸੰਗ ਮੈਂ ਹੋਰ ਦੱਸਦੀ ਹਾਂ। ਗੁਰੂ ਮਹਾਰਾਜ ਜੀ, ਅੱਜ ਤੁਹਾਡੀ ਬੇਟੀ ਮਥੁਰਾ ਵਰਿੰਦਾਵਨ ਜਾ ਰਹੀ ਹੈ, ਨਾਲ ਨਾਲ ਰਹੀਓ, ਮਿਹਰ ਦਾ ਹੱਥ ਰੱਖਿਓ, ਚੰਗੇ ਮਾੜੇ ਤੋਂ ਬਚਾਵ ਕਰਿਓ, ਆਪਣਾ ਸਿਮਰਨ ਕਰਦੀ ਹੋਈ ਜਾਵੇ, ਸਿਮਰਨ ਕਰਦੀ ਹੋਈ ਆਵੇ। ਉਹ ਬੇਟੀ ਤੁਹਾਡੀ ਹੋਈ ਹੈ, ਮੇਰੀ ਨਹੀਂ ਹੈ। ਤੁਸੀਂ ਉਹ ਦੇਣ ਵਾਲੇ, ਮੇਰੀ ਝੋਲੀ ਵਿੱਚ ਫਲ ਤੁਸੀਂ ਹੀ ਪਾਇਆ, ਬੇਟੀ ਦਾ ਦਾਨ ਦਿੱਤਾ। ਮੈਨੂੰ ਬਹੁਤ ਚੰਗਾ ਲੱਗਦਾ, ਮੈਂ ਬੇਟੀਆਂ ਨੂੰ ਬਹੁਤ ਪਿਆਰ ਕਰਦੀ ਹਾਂ। ਇਹ ਨਹੀਂ ਕਿ ਆਪਣੀ ਨੂੰ, ਮੈਂ ਸਾਰੀਆਂ ਬੇਟੀਆਂ ਨਾਲ ਬਹੁਤ ਪਿਆਰ ਕਰਦੀ ਹਾਂ, ਲੜਕੀਆਂ ਬਹੁਤ ਅੱਛੀਆਂ ਲੱਗਦੀਆਂ। ਗੁਰੂ ਮਹਾਰਾਜ ਜੀ, ਬਸ ਸਾਲ ਬਾਅਦ ਜਾਂਦੀ ਹੁੰਦੀ ਹੈ, ਕਿਉਂਕਿ ਦਸੰਬਰ ਦੀਆਂ ਛੁੱਟੀਆਂ ਹੁੰਦੀਆਂ ਵਾ, ਬੱਚੇ ਕਹਿੰਦੇ ਚਲੋ ਕਿਸੇ ਧਰਮ ਸਥਾਨ ਤੇ ਚੱਲਦੇ ਆ, ਤਾਂ ਟੀਚਰਾਂ ਜਾ ਰਹੀਆਂ ਸੀਗੀਆਂ ਇੱਥੋਂ, ਸਾਡੀ ਬੱਸ ਆਪਣੀ ਹੀ ਸ਼ਹਿਰ ਵਾਲਿਆਂ ਦੀ ਹੈ, ਉਹਨਾਂ ਨੇ ਲੈ ਕੇ ਜਾਣਾ 3-4 ਦਿਨ, ਉਹਨਾਂ ਨੇ ਮਥੁਰਾ ਵਰਿੰਦਾਵਨ ਮਹਾਰਾਜ ਦੇ ਦਰਸ਼ਨ ਕਰਕੇ ਆਣੇ, ਰਾਧਾ ਰਾਣੀ ਦੇ। ਹੇ ਮੇਰੇ ਗੁਰੂ ਮਹਾਰਾਜ ਜੀ, ਮਿਹਰ ਬਣਾਈ ਰੱਖਿਓ ਬੱਚਿਆਂ ਤੇ, ਆਪਣਾ ਹੱਥ ਦੇਈਓ, ਆਪਣੇ ਆਸ਼ੀਰਵਾਦ ਨਾਲ ਲੈ ਕੇ ਚੱਲਿਓ, ਆਪਣੇ ਆਸ਼ੀਰਵਾਦ ਨਾਲ ਹੀ ਘਰੇ ਵਾਪਸ ਆਉਣਗੇ ਬੱਚੇ। ਆਪਣੀ ਮਿਹਰ ਦਾ ਹੱਥ ਬੱਚਿਆਂ ਦੇ ਸਿਰ ਤੇ ਹਰ ਟਾਈਮ ਰੱਖਿਓ। ਪੂਰਾ ਵਿਸ਼ਵਾਸ ਹੈ, ਪੂਰਾ ਅੰਦਰ ਕੌਨਫੀਡੈਂਸ ਹੈ ਮੇਰੇ 'ਚ ਕਿ ਮੇਰੇ ਮਾਲਕ ਨੇ
ਬਸ ਬੱਚਿਆਂ ਨੂੰ ਦਰਸ਼ਨ ਕਰਾ ਕੇ ਫੁੱਲ ਵਾਂਗੂ ਲੈ ਆਣਾ। ਹਾਲਾਤ ਬਹੁਤ ਮਾੜੇ ਆ ਗੁਰੂ ਮਹਾਰਾਜ ਜੀ। ਆਪਣੀ ਬੱਚੀ ਨੂੰ ਇਹੀ ਕਹਿੰਦੀ ਹੈ, ਜਾਣ ਲੱਗੇ ਵੀ ਮਾਲਕ ਦਾ ਨਾਮ ਲੈ ਕੇ ਚੜ੍ਹਨਾ, ਉਤਰਨ ਲੱਗੇ ਵੀ ਉੱਥੇ ਜਾ ਕੇ ਵੀ ਗੁਰੂ ਮਹਾਰਾਜ ਦਾ ਸਿਮਰਨ ਕਰਨਾ, ਜਿਸ ਟਾਈਮ ਵੀ ਮਿਲੇ 10 ਮਿੰਟ 5 ਮਿੰਟ ਜਦੋਂ ਵੀ ਮਿਲਣਾ ਮਾਲਕ ਦਾ ਮੰਤਰ ਜਾਪ ਬੇਟੇ ਕਰਦੇ ਹੀ ਜਾਣਾ ਵੈ। ਬਾਕੀ ਮੈਂ ਕਰਾਉਣ ਵਾਲੀ ਨਹੀਂ, ਮੇਰੇ ਗੁਰੂ ਮਹਾਰਾਜ ਨੇ ਹੀ ਅੰਦਰ ਵਾਸ ਕਰਨਾ। ਉਹਨਾਂ ਨੇ ਆਪਣੇ ਚਰਨਾਂ ਨਾਲ ਲਾਇਆ ਉਹਨੂੰ, ਉਹਨਾਂ ਨੇ ਮਿਹਰ ਦਾ ਹੱਥ ਰੱਖਣਾ ਵੈ। ਮੇਰੀ ਇਹੀ ਬੇਨਤੀ ਹੈ ਮਾਲਕਾ, ਤੁਹਾਡੇ ਚਰਨਾਂ ਦੇ ਵਿੱਚ ਬੱਚਿਆਂ ਨੂੰ ਦਰਸ਼ਨ ਕਰਾ ਕੇ ਠੀਕ ਠਾਕ ਆਪਣੇ ਘਰੇ ਵਾਪਸ ਲੈ ਕੇ ਆਣਾ। ਮੇਰੇ ਗੁਰੂ ਮਹਾਰਾਜ ਜੀ, ਤੁਹਾਡੀ ਬੇਟੀ ਹੈ ਇਹ, ਤੁਸੀਂ ਉਹ ਧਿਆਨ ਰੱਖਣਾ ਵੈ। ਬਾਕੀ ਗੁਰੂ ਮਹਾਰਾਜ ਜੀ ਜਦੋਂ ਬੱਚੇ ਆਉਣਗੇ, ਬਾਕੀ ਸਤਸੰਗ ਮੈਂ ਉਹਨਾਂ ਦੇ ਆਏ ਤਾਂ ਦੱਸੂਗੀ, ਜਿਵੇਂ ਵੀ ਬੱਚੇ ਆ ਕੇ ਦੱਸੂਗੀ ਕਿ ਮੰਮਾ ਜੋ ਜੋ ਦਰਸ਼ਨ ਕੀਤੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਦੱਸੂਗੀ। ਪਰਿਵਾਰ ਨੂੰ ਠੀਕ ਠਾਕ ਰੱਖਣਾ, ਆਪਣਾ ਚਰਨਾਂ ਦੇ ਵਿੱਚੋਂ ਇੱਕ ਪਲ ਵੀ ਦੂਰ ਨਾ ਹੋਣ ਦੇਣਾ, ਆਪਣੀ ਮਿਹਰ ਦਾ ਹੱਥ ਰੱਖਣਾ। ਮੈਂ ਆਪਣੇ ਮੰਤਰ ਜਾਪ ਨਾਲ ਸਤਸੰਗ ਸਮਾਪਤ ਕਰਦੀ ਹਾਂ ਥੋੜੀ ਦੇਰ ਲਈ, ਫਿਰ ਲੈ ਕੇ ਆਉਂਗੀ ਸੋਮਵਾਰ। ओम नमः शिवाय, शिव जी सदा सहाय। ओम नमः शिवाय, मेरे गुरु जी सदा सहाय। जय गुरु जी, जय गुरु जी। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी। शुक्राना। पहले मरन कबूल कर, जीवन दी छड्ड आस, होई सबना की रेणुका, तो आओ हमारे पास, तो आओ हमारे पास। मरता मरता जग मुआ, मरन न जाने कोई, ऐसी मरनी जो मरी, पोहर न मरना होए, पोहर न मरना होए, पोहर न मरना होए। ਸੰਗਤ ਜੀ, ਪੋਹ ਦਾ ਮਹੀਨਾ ਚੜ੍ਹਦਿਆਂ ਹੀ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਜਾਂਦਾ ਹੈ। ਉਹ ਸ਼ਹੀਦੀ ਪੰਦਰਵਾੜਾ ਜਿਸ ਦੌਰਾਨ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੰਸ਼ਜ, ਉਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ, ਜਿਨ੍ਹਾਂ ਨੇ ਤਿਲਕ ਜੰਜੂ ਦੇ ਖਾਤਰ ਚਾਂਦਨੀ ਚੌਕ ਦਿੱਲੀ ਵਿਖੇ ਆਪਣੀ ਸ਼ਹੀਦੀ ਦਿੱਤੀ, ਆਪਣਾ ਸੀਸ ਦਿੱਤਾ। ਉਹਨਾਂ ਦੇ ਪੋਤਰੇ ਔਰ ਉਹਨਾਂ ਦੇ ਬੇਟੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਅਤੇ ਮਾਤਾ ਸੁੰਦਰੀ ਅਤੇ ਮਾਤਾ ਜੀਤਾਂ ਦੇ ਕੁੱਖੋਂ ਅਵਤਾਰ ਲੈਣ ਵਾਲੇ ਉਹਨਾਂ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਅਤੇ 10ਵੇਂ ਪਾਤਸ਼ਾਹ ਦੇ ਸਤਿਕਾਰਯੋਗ ਮਾਤਾ ਗੁਜਰੀ ਜੀ, ਉਹਨਾਂ ਦੀ ਸ਼ਹੀਦੀ ਇਸ ਪੰਦਰਵਾੜੇ ਦੇ ਦੌਰਾਨ ਹੀ ਹੋਈ। ਇਸ ਕਰਕੇ ਸਿੱਖ ਜਗਤ ਦੇ ਵਿੱਚ ਇਸ ਨੂੰ ਸਫਰੇ ਸ਼ਹਾਦਤ ਜਾਂ ਸ਼ਹੀਦੀ ਪੰਦਰਵਾੜੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਸੰਗਤ ਜੀ, ਇਹ ਦੁਨੀਆ ਦੇ ਵਿੱਚ ਸ਼ਾਇਦ ਪਹਿਲਾ ਹੀ ਇਹ ਸਾਕਾ ਆ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਜੀ ਨੂੰ ਕੌਮ ਦੀ ਖਾਤਰ, ਧਰਮ ਦੀ ਖਾਤਰ ਚਮਕੌਰ ਸਾਹਿਬ ਵਿਖੇ
ਮੁਸਲਮਾਨਾਂ ਨਾਲ ਯੁੱਧ ਕਰਦਿਆਂ ਹੋਇਆਂ ਸ਼ਹੀਦ ਕਰਵਾਇਆ ਔਰ ਉਹਨਾਂ ਦੇ ਆਪਣੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਮੁਸਲਮਾਨ ਜ਼ਾਲਮਾਂ ਨੇ, ਜੋ ਉਹਨਾਂ ਦੀ ਉਸ ਟਾਈਮ ਹਕੂਮਤ ਸੀ, ਉਹਨਾਂ ਨੇ ਸਰਹੰਦ ਵਿਖੇ, ਜਿਨ੍ਹਾਂ ਦੀ ਉਮਰ ਸਿਰਫ 9 ਸਾਲ ਅਤੇ 7 ਸਾਲ ਸੀ, ਉਹਨਾਂ ਨੂੰ ਸਰਹੰਦ ਵਿਖੇ ਨੀਹਾਂ ਦੇ ਵਿੱਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਦੀ ਜੁਦਾਈ ਦਾ ਦਰਦ ਨਾ ਸਹਾਰਦੇ ਹੋਏ ਉਹਨਾਂ ਦੇ ਦਾਦੀ ਜੀ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਦੇ ਵਿੱਚ ਆਪਣਾ ਸਰੀਰ ਤਿਆਗ ਦਿੱਤਾ। ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਦਰਦ ਸਹੇ, ਕਿੰਨੇ ਕੁ ਤਸੀਹੇ ਸਹੇ, ਉਹਨਾਂ ਨੇ ਉਸ ਦਿਨ ਆਪਣੇ ਪੋਤਰਿਆਂ ਦੀ ਸ਼ਹੀਦੀ ਦੇ ਨਾਲ ਹੀ ਇਸ ਸਰੀਰ ਨੂੰ ਤਿਆਗ ਕੇ, ਉਹ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ। ਸੰਗਤ ਜੀ, ਉਹਨਾਂ ਦੀ ਮਹਿਮਾ ਜਾਂ ਉਹਨਾਂ ਬਾਰੇ ਕੁਝ ਬੋਲਣਾ, ਇਹ ਤਾਂ ਮੇਰੀ ਔਕਾਤ 'ਚ ਨਹੀਂ ਹੈ, ਨਾ ਹੀ ਸਾਡੀ ਵੱਸ ਦੀ ਗੱਲ ਹੈ। ਪਰ ਫਿਰ ਵੀ ਉਹਨਾਂ ਦੀਆਂ ਸ਼ਹੀਦੀਆਂ ਨੂੰ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਹੋਰ ਅਨੇਕਾਂ ਸਿੰਘ ਸ਼ਹੀਦਾਂ ਨੂੰ, ਉਹਨਾਂ ਸਾਰਿਆਂ ਦੇ ਹੀ ਚਰਨਾਂ ਦੇ ਵਿੱਚ ਮੈਂ ਆਪਣੇ ਮਸਤਕ ਨੂੰ, ਆਪਣੇ ਸਿਰ ਨੂੰ ਪਾਰ ਝੁਕਾਉਂਦੀ ਹੋਈ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਸੁਮਨ ਪੇਸ਼ ਕਰਦੀਆਂ ਅਤੇ ਸਾਰੇ ਹੀ ਸਿੱਖ ਜਗਤ ਲਈ ਵਾਕਿਆ ਹੀ ਇਹ ਪੰਦਰਵਾੜਾ, ਇਹ ਦਿਹਾੜੇ ਬੜੇ ਤਕਲੀਫ ਭਰੇ ਹੁੰਦੇ ਨੇ, ਬੜੇ ਦਰਦ ਭਰੇ ਹੁੰਦੇ ਨੇ। ਹਰ ਇੱਕ ਦੀ ਉਹਨਾਂ ਮਾਸੂਮਾਂ ਦੀਆਂ ਕੁਰਬਾਨੀਆਂ ਦੇਖ ਕੇ ਹਰ ਇੱਕ ਦਾ ਹੀ ਦਿਲ ਰੋਂਦਾ, ਹਰ ਇੱਕ ਦੀਆਂ ਅੱਖਾਂ ਰੋਂਗਦੀਆਂ ਨੇ। ਸੰਗਤ ਜੀ, ਜੇ ਅਸੀਂ ਸੋਚੀਏ ਤਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਅਸੀਂ ਆਪਣੇ ਦਿਲ ਇੱਕ ਮਿੰਟ ਵੀ ਆਪਣੀਆਂ ਅੱਖਾਂ ਤੋਂ ਓਲੇ ਨਹੀਂ ਹੋਣ ਦਿੰਦੇ। ਪਰ ਧੰਨ ਉਹ ਸਾਹਿਬਜ਼ਾਦੇ, ਧੰਨ ਉਹਨਾਂ ਦੀ ਦਾਦੀ ਮਾਂ, ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਮੁਸਲਮਾਨ ਜ਼ਾਲਮਾਂ ਦੇ ਅੱਗੇ ਝੁਕਣ ਦੀ ਬਜਾਏ ਉਹਨਾਂ ਦਾ ਡਟ ਕੇ ਸਾਹਮਣਾ ਕਰਨ ਦਾ, ਉਹਨਾਂ ਨੂੰ ਰਸਤਾ ਦਿਖਾਇਆ, ਹੌਸਲਾ ਦਿੱਤਾ। ਉਹਨਾਂ ਦੇ ਦਾਦੇ ਪੜਦਾਦਿਆਂ ਦੀਆਂ ਕੁਰਬਾਨੀਆਂ ਦਾ ਰਸਤਾ ਦਿਖਾਇਆ ਅਤੇ ਉਹਨਾਂ ਨੇ ਆਪਣੇ ਦਾਦੇ ਪੜਦਾਦਿਆਂ ਦੇ ਉਸ ਕੁਰਬਾਨੀ ਦੀ ਰੀਤ ਨੂੰ ਕਾਇਮ ਰੱਖਦਿਆਂ ਹੋਇਆਂ ਬਖੂਬੀ ਆਪਣੀਆਂ ਕੁਰਬਾਨੀਆਂ ਦੇ ਕੇ ਉਹਨਾਂ ਦੀ ਉਸ ਰੀਤ ਨੂੰ ਪੂਰਾ ਕੀਤਾ, ਨਿਭਾਇਆ। ਧੰਨ ਸਾਹਿਬਜ਼ਾਦੇ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਨਿੱਕੀਆਂ ਜਿੰਦਾਂ ਵੱਡੇ ਸਾਕੇ। ਸੰਗਤ ਜੀ, ਹੁਣ ਮੈਂ ਆਪਣਾ ਸ਼ੁਕਰਾਨਾ ਸਤਸੰਗ ਸ਼ੁਰੂ ਕਰਨ ਲੱਗੀ ਹਾਂ। ਆਪਣਾ ਸ਼ੁਕਰਾਨਾ ਸਤਸੰਗ ਮੈਂ ਗੁਰੂ ਜੀ ਦੇ ਪਵਿੱਤਰ ਮੰਤਰ ਜਾਪ ਨਾਲ ਸ਼ੁਰੂ ਕਰੂੰਗੀ। ਓਮ ਨਮੋ ਸ਼ਿਵਾਏ, ਸ਼ਿਵ ਜੀ ਸਦਾ ਸਹਾਏ। ਓਮ ਨਮੋ ਸ਼ਿਵਾਏ, ਗੁਰੂ ਜੀ ਸਦਾ ਸਹਾਏ। ਓਮ ਨਮੋ ਸ਼ਿਵਾਏ, ਸ਼ਿਵ ਜੀ ਸਦਾ ਸਹਾਏ। ਓਮ ਨਮੋ ਸ਼ਿਵਾਏ, ਗੁਰੂ ਜੀ ਸਦਾ ਸਹਾਏ। ਸੰਗਤ ਜੀ, ਮੇਰਾ ਇਹ ਸ਼ੁਕਰਾਨਾ ਗੁਰੂ ਜੀ ਵੱਲੋਂ ਮੈਨੂੰ ਇੱਕ ਦਿੱਤੇ ਗਏ ਮੈਸੇਜ ਦੇ ਨਾਲ ਸੰਬੰਧਿਤ ਹੈ। ਗੁਰੂ ਜੀ ਨੇ ਇੱਕ ਵਾਰੀ ਮੈਨੂੰ ਇੱਕ ਮੈਸੇਜ ਦਿੱਤਾ, ਇੱਕ ਰੀਲ ਦਿਖਾਈ, ਜਿਸ ਦਾ ਕੈਪਸ਼ਨ ਸੀ ਕਿ ਇਹ ਦੇਖ, ਇਸ ਦੇ ਨਾਲ ਤੇਰਾ ਹੰਕਾਰ ਟੁੱਟ ਜਾਏਗਾ। ਸੰਗਤ ਜੀ, ਮੈਂ ਉਹ ਰੀਲ ਦੇਖੀ
ਤਾਂ ਉਸਦੇ ਵਿੱਚ ਇੱਕ ਤਿਤਲੀ ਦੀ ਕਹਾਣੀ ਸੀ ਕਿ ਉਹ ਤਿਤਲੀ ਗੁਰੂ ਜੀ ਕੋਲੇ ਜਾਂਦੀ ਹੈ ਔਰ ਗੁਰੂ ਜੀ ਨੂੰ ਕਹਿੰਦੀ ਹੈ ਕਿ ਗੁਰੂ ਜੀ ਮੈਨੂੰ ਸਿੱਧਾ ਰਸਤਾ ਦਿਖਾਓ। ਗੁਰੂ ਜੀ ਕਹਿੰਦੇ ਆ ਠੀਕ ਹੈ। ਤੇ ਉਸ ਤੋਂ ਬਾਅਦ ਉਹ ਤਿਤਲੀ ਚਲੀ ਜਾਂਦੀ ਹੈ। ਦੂਸਰੇ ਦਿਨ ਉਹ ਤਿਤਲੀ ਜਾ ਕੇ ਕਿਸੇ ਫਲਾਵਰ ਤੇ ਬਹਿੰਦੀ ਹੈ। ਉੱਥੇ ਗੁਰੂ ਜੀ ਇੱਕ ਛੋਟੇ ਜਿਹੇ ਬੱਚੇ ਸਟੂਡੈਂਟ ਦਾ ਰੂਪ ਧਾਰ ਕੇ ਪਹੁੰਚ ਜਾਂਦੇ ਆ ਔਰ ਕਿਸੇ ਨਾ ਕਿਸੇ ਤਰ੍ਹਾਂ ਉਹ ਤਿਤਲੀ ਉਹਨਾਂ ਦੇ ਜੋ ਜਿਓਮੈਟਰੀ ਬਾਕਸ ਦੇ ਵਿੱਚ ਕੈਦ ਹੋ ਜਾਂਦੀ ਆ। ਉਹ ਬਹੁਤ ਫੜਫੜਾਉਂਦੀ ਹੈ। ਫਿਰ ਉਹ ਤਿਤਲੀ ਛੱਡ ਦਿੰਦੇ ਆ ਗੁਰੂ ਜੀ। ਫਿਰ ਗੁਰੂ ਜੀ ਦੇ ਚਰਨਾਂ 'ਚ ਪਹੁੰਚਦੀ ਆ। ਇਸ ਤਰ੍ਹਾਂ 2-3 ਟਾਈਮ ਜੋ ਹੁੰਦਾ ਹੈ ਤੇ ਖੇਤ ਤੇ ਉਹ ਤਿਤਲੀ ਮੱਕੇ ਆਪਣੀ ਹਾਰ ਮੰਨ ਲੈਂਦੀ ਹੈ। ਤਾਂ ਗੁਰੂ ਜੀ ਉਹਨੂੰ ਕਹਿੰਦੀ ਹੈ ਕਿ ਠੀਕ ਹੈ, ਹੁਣ ਤੂੰ ਰਾਹ ਤੇ ਆ ਗਈ ਹੈ, ਹੁਣ ਤੂੰ ਜਾ ਕੇ ਐਸ਼ ਕਰ। ਸੰਗਤ ਜੀ, ਵਾਕਈ ਵੈਸੇ ਉਹ ਤਿਤਲੀ ਦੀ ਕਹਾਣੀ ਮੈਨੂੰ ਬਹੁਤ ਅੱਛੀ ਲੱਗੀ, ਬਹੁਤ ਅਪੀਲ ਕੀਤੀ ਕਿ ਸੰਗਤ ਜੀ, ਹੰਕਾਰ ਕਹਿ ਲਓ, ਅਹਿਮ ਕਹਿ ਲਓ, ਕੁਛ ਵੀ ਕਹਿ ਲਓ, ਇਸ ਦੇ ਸਾਡੇ ਅੰਦਰ ਪ੍ਰਵੇਸ਼ ਕਰਨ ਦੇ ਬਹੁਤ ਰਸਤੇ ਨੇ, ਬਹੁਤ ਰਸਤੇ ਨੇ। ਸਾਨੂੰ ਖੁਦ ਹੀ ਨਹੀਂ ਪਤਾ ਲੱਗਦਾ ਕਿ ਕਿਸ ਰਸਤੇ ਦੇ ਰਾਹੀਂ ਇਹ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦਾ। ਸਾਨੂੰ ਤਾਂ ਕਦੇ ਇਹ ਵੀ ਨਹੀਂ ਲੱਗਦਾ ਕਿ ਸਾਡੇ ਅੰਦਰ ਕੋਈ ਅਭਿਮਾਨ ਹੈ ਜਾਂ ਅਹਿਮ ਹੈ। ਇਹ ਇੱਕ ਐਸੀ ਬਿਮਾਰੀ ਹੈ ਜਿਸ ਦੇ ਕੋਈ ਲੱਛਣ ਨਹੀਂ ਹੁੰਦੇ। ਇਸ ਕਰਕੇ ਜਿਸ ਚੀਜ਼ ਨੂੰ, ਜਿਸ ਤਰ੍ਹਾਂ ਸਾਡੇ ਬਾਕੀ ਰੋਗਾਂ ਨੂੰ ਹਜੇ ਉਹ ਸਾਡੇ ਸਰੀਰ ਦੇ ਅੰਦਰ ਪਨਪ ਹੀ ਰਹੇ ਹੁੰਦੇ ਆ, ਤਾਂ ਗੁਰੂ ਜੀ ਆਪਣੀ ਦਿਵਯ ਦ੍ਰਿਸ਼ਟੀ ਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਦੇਖ ਲੈਂਦੇ ਔਰ ਸਾਨੂੰ ਉਸ ਤਰ੍ਹਾਂ ਦੇ ਸਤਸੰਗ ਸੁਣਾ ਕੇ ਇਸ ਤੋਂ ਪਹਿਲਾਂ ਕਿ ਉਹ ਬਿਮਾਰੀਆਂ ਵਿਕਰਾਲ ਰੂਪ ਧਾਰਨ, ਸਾਨੂੰ ਉਹਨਾਂ ਤੋਂ ਪਹਿਲਾਂ ਹੀ ਛੁਟਕਾਰਾ ਦਿਵਾਉਣਾ ਸ਼ੁਰੂ ਕਰ ਦਿੰਦੇ ਸਤਸੰਗ ਸੁਣਾ ਕੇ। ਇਸੇ ਤਰ੍ਹਾਂ ਹੀ ਇਹ ਵੀ ਨਾਮੁਰਾਦ ਬਿਮਾਰੀ ਹੈ ਔਰ ਸਾਨੂੰ ਭਾਵੇਂ ਪਤਾ ਲੱਗੇ ਨਾ ਲੱਗੇ, ਪਰ ਗੁਰੂ ਜੀ ਆਪਣੇ ਦਿਵਯ ਦ੍ਰਿਸ਼ਟੀ ਨਾਲ ਇਹ ਦੇਖ ਹੀ ਲੈਂਦੇ ਆ ਕਿ ਕਿਤੇ ਇਹ ਬਿਮਾਰੀ ਮੇਰੀ ਸੰਗਤ ਨੂੰ ਲੱਗ ਨਾ ਜਾਵੇ ਔਰ ਇਸ ਤੋਂ ਪਹਿਲਾਂ ਕਿ ਉਹ ਬਿਮਾਰੀ, ਇਸ ਅਹਿਮ ਰੋਗ ਦੀ ਸਾਨੂੰ ਕੋਈ ਬਿਮਾਰੀ ਲੱਗੇ, ਉਸ ਤੋਂ ਪਹਿਲਾਂ ਹੀ ਸਾਡਾ ਇਲਾਜ ਕਰ ਦਿੰਦੇ। ਸੰਗਤ ਜੀ, ਮਾਫ ਕਰਨਾ, ਮੇਰੀ ਤਬੀਅਤ ਬਹੁਤ ਖਰਾਬ ਆ, ਥੋੜਾ ਗਲਾ ਵਗੈਰਾ ਬਹੁਤ ਖਰਾਬ ਹੈ, ਪਰ ਮੈਂ ਗੁਰੂ ਜੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਅੱਜ ਸਤਸੰਗ ਕਰੂੰਗੀ ਤਾਂ ਕਰੂੰਗੀ। ਇਸ ਕਰਕੇ ਮੈਂ ਸਤਸੰਗ ਕਰ ਰਹੀ ਹਾਂ। ਇਸ ਲਈ ਸੰਗਤ ਜੀ, ਮੈਂ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਤੋਂ ਪਹਿਲਾਂ ਕਿ ਮੈਂ ਇਸ ਅਹਿਮ ਜਾਂ ਹੰਕਾਰ ਰੂਪੀ ਨਾਮੁਰਾਦ ਬਿਮਾਰੀ ਦੀ ਗਿਰਫਤ ਵਿੱਚ ਆ ਜਾਂਦੀ ਜਾਂ ਇਹ ਰੋਗ ਮੇਰੇ ਅੰਦਰ ਆਪਣੇ ਫਣ ਉਠਾਉਂਦਾ, ਗੁਰੂ ਜੀ ਨੇ ਉਸ ਫਣ ਨੂੰ ਪਹਿਲਾਂ ਹੀ ਕੁਚਲ ਕੇ ਮੇਰਾ ਕਲਿਆਣ ਕਰ ਦਿੱਤਾ। ਥੈਂਕ ਯੂ ਗੁਰੂ ਜੀ, ਥੈਂਕ ਯੂ ਵੈਰੀ ਮਚ। ਸੰਗਤ ਜੀ, ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ, ਇਸ ਕਰਕੇ ਮੈਂ ਆਪਣੇ ਸਤਸੰਗ ਨੂੰ ਇੱਥੇ ਹੀ ਵਿਰਾਮ ਦਿੰਦੀ ਹਾਂ। ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ, ਜੈ ਗੁਰੂ ਜੀ, ਸ਼ੁਕਰਾਨਾ ਗੁਰੂ ਜੀ। जय गुरु जी। संगत जी, अब अगला सत्संग जो हम आपके साथ शेयर करने जा रहे हैं, ये गुरु जी की ब्लेस्ड संगत द्वारा शेयर किया गया है। तो आइए हम इसको उन्हीं की आवाज में सुनते हैं। जय गुरु जी, शुक्राना। जय गुरु जी, शुक्राना गुरु जी, अनंतम अनंतम शुक्राना मेरे प्यारे गुरु जी, और सारी संगत को सादर प्रणाम। गुरु जी, सत्संग तो इतने हैं कि मैं बयान ही नहीं कर सकती। जब से आपने मेरा हाथ पकड़ा है, हमेशा आप मेरे साथ रहे हो, आपने मुझे गाइड किया है, और आपके इतने सत्संग हैं कि हम तो मतलब इतनी रहमतें हैं कि गिना ही नहीं सकते उसको, उसके लिए तो शब्द ही नहीं है। इसलिए हर एक सांस का शुक्राना, हर पल पल का शुक्राना, अनंतम अनंतम शुक्राना गुरु जी।
सबसे पहले तो गुरुजी मैं ये शुक्राना करूंगी कि मैंने पिछले अपने सत्संग में शेयर किया था कि मेरे बेटा बाहर जा रहा है जरा आउट ऑफ इंडिया अपने काम से, तो वो ठीक ठाक पहुंच गया गुरुजी आपकी कृपा से, और वहाँ उसका काम भी अभी ठीक चल रहा है। बस आप उसके साथ रहना कि उसके काम भी हो जाए और वो सकुशल अपने देश वापस आ जाए, इसकी मुझे पूरा विश्वास है। उसके लिए बहुत बहुत शुक्राना। और सब एक और शुक्राना मैं करूंगी कि इधर 2 दिन पहले मेरी बेटी जरा रात को किसी कॉन्सर्ट देखने गई हुई थी अपनी फ्रेंड्स के साथ, तो थोड़ा लेट हो गई। और आजकल इतना ठंड है, फॉग है कि मैं थोड़ा सा नर्वस सी हो गई कि वापस आएगी, दूर भी बहुत है। तो मैंने अपने गुरुजी को याद किया, गुरुजी वो ठीक ठाक वापस आ जाए, क्योंकि अगर उसके पापा को पता चलता है वो भी थोड़ा सा घबरा जाते हैं। तो गुरुजी का मैंने मंत्र जाप किया और उसी समय उसका आ गया कि वो अपने घर पहुंच गई है। तो गुरुजी इसके लिए बहुत बहुत शुक्राना, क्योंकि एकदम से मुझे लग रहा था इतनी रात हो गई, इतना फॉग, पराए शहर में फिर डर तो लगता ही है ना। लेकिन अब मेरे को अब मैं सोचती हूँ डरना किस लिए, जब गुरुजी उसके साथ हैं तो उसे कुछ नहीं होगा। शुक्राना गुरुजी, वो अपने आप ठीक ठाक पहुंच गई। उस घबराहट से मेरे को आपने तुरंत, मेरी ये जो घबराहट शुरू हुई, मुझे निकाल लिया। और एक और शुक्राना मैं गुरुजी करूंगी कि हुआ ये कि कुछ दिन से ना मेरे दांत में हल्का सा, बहुत तेज नहीं, मीठा मीठा सा दर्द हो रहा था। तो मेरे को लगे कि जाऊं डॉक्टर के पास कि नहीं जाऊं। मैं जल प्रसाद पीती रही, ये सब करती रही। मैंने कहा गुरुजी मुझे रास्ता दिखाओ कि मैं डॉक्टर के पास जाऊं कि ना जाऊं, ऐसा भाव मेरे मन में डालो, क्योंकि मुझे अभी कुछ दिन के लिए बाहर जाने का आप ब्लेस कर रहे हो, मेरा बना रहे हो प्रोग्राम। तो ये ना हो कि भाई वहां जाऊं, मैं अपनी छोटी बेटी और जवाई के पास जा रही हूँ छत्तीसगढ़, तो वहां जाके मुझे ना प्रॉब्लम हो जाए। इसलिए मैं क्या करूं, हल्की दर्द भी बहुत ज्यादा नहीं थी। 1-2 बार एक ऑइंटमेंट अंकल, मेरे हस्बैंड अंकल ने मुझे दिया, मैंने लगाया, उससे थोड़ा फर्क भी पड़ा, जल प्रसाद भी पिया। मैं करूं तो क्या करूं, ये ना हो मैं जाऊं और वहां मेरा शुरू हो जाए। अब आपको मालूम है दांत की दर्द तो फिर बहुत ज्यादा परेशान करती है। अभी मैं इस पशुपेश में थी, अपना काम कर रही थी। मैंने कहा गुरुजी ऐसा ही भाव डालना कि मेरा वहां जाना जरूरी है, तो मैं हो ही आऊंगी। वैसे तो मेरे गुरुजी मेरे डॉक्टर हैं। पता नहीं फिर काम करते मेरे हस्बैंड ने पूछा क्या सोचा है तुमने, 2-3 दिन से जाना जाना करना है, जाना है कि नहीं। तो मैंने कहा हाँ चलती हूँ, दिखा लेती हूँ, कुछ नहीं होगा तो चलो, कुछ नहीं होगा, फीस ही सही उनकी, और क्या कर सकते हैं। वहां गए तो जैसे ही मैंने डॉक्टर साहब ने मेरा दांत चेक किए, मेरे ना आगे के 2 दांत बहुत घिस गए हैं। पहले ही छोटे थे, अब उम्र भी हो गई है, घिस भी गए हैं। तो वो कहने लगा आंटी जी आपको दर्द कम है, मेरे को तो बहुत ज्यादा दर्द मेरे ख्याल से होनी चाहिए थी। मैंने कहा नहीं ऐसा तो नहीं है, हल्की हल्की दर्द है। कहता नहीं मेरे ख्याल से तो आपको इस समय दर्द बहुत होनी चाहिए, क्योंकि ये तो काफी आपके घिस गए हैं और साथ वाला दांत भी बहुत हल्का, और किसकी तो नसें भी दिख रही हैं, दर्द तो होनी चाहिए। मैंने कहा हुआ कुछ नहीं, मैंने कहा क्योंकि मेरे गुरुजी मेरे साथ हैं इसलिए ऐसी दर्द नहीं हुई है, लेकिन आपके पास उन्होंने मुझे पहुंचा दिया। और देखिए गुरुजी जो हमारे डेंटिस्ट है वो भी गुरु संगत है, वहां पे भी मुझे गुरुजी मिलते हैं, उनकी स्वरूप से मैंने नमस्कार करके ही अंदर जाती हूँ। तो उन्होंने कहा नहीं गुरुजी ने आपको ठीक पहुंचाया है, आपको इसका ट्रीटमेंट लेना पड़ेगा। फिर मैंने कहा भाई फिलहाल तो पहले कहने लगा आरसीटी करनी पड़ेगी और साथ में 2 दांतों में कैप लगानी पड़ेगी, तो 1 हफ्ते का प्रोसीजर है, तो अभी करवा लीजिए। लेकिन मैंने कहा कि अब मैं बाहर जा रही हूँ, डॉक्टर साहब आके ही करवाऊंगी, क्योंकि अभी एकदम करा करा के चली जाऊं, वहां परेशानी है, मतलब जो भी मेरे मन में भाव आया। तो उन्होंने कहा ठीक है मैं आपको मेडिसिन दे देता हूँ, आप खा लीजिएगा जब दर्द हो, और लेकिन आके करवा लीजिएगा, क्योंकि ये आगे अभी नहीं तो इन द लॉन्ग रन आपको कराना ही पड़ेगा, क्योंकि दांत बहुत ज्यादा घिस गए हैं और नसें दिखने लगी। तो देखिए गुरुजी की महिमा। संगत जी उन्होंने मुझे वहां पहुंचा दिया, क्योंकि वो जानते थे इन द लॉन्ग रन ये तकलीफ में आएगी, इसलिए इसको सही समय पे मैं वहां पहुंचा दूं, क्योंकि डॉक्टर ने अपनी राय दे दी। अब हम पर है कि हम कब कराएं। तो मैंने अब गुरुजी से कहा अरदास की, गुरुजी मैं बाहर जा रही हूँ, अब मैं जरा अपनी बेटी उनके पास रह के आऊंगी, फिर मैं जनवरी में आके अपने दांत का अगर जरूरी यही है तो मैं करा लूंगी ट्रीटमेंट। तो इसके लिए गुरुजी बहुत बहुत शुक्राना। अब आप मेरे साथ रहना, न्यू ईयर मेरा इस बार वहीं बाहर ही मनेगा, और मेरा हेल्थ सही रहे, हेल्थ में मतलब ब्लेस करते रहना मेरे और हस्बैंड के कि हम ठीक ठाक जाएं और ठीक ठाक आएं, और फिर मैं आके अपने दांतों को कर लूंगी। थैंक यू गुरुजी, आपने मुझे समय पे वहां पहुंचा दिया, और आपकी कृपा रही तो इसी तरह ही दर्द ना हो मुझे ज्यादा। थैंक यू गुरुजी, आपकी लीला अपरंपार है।
बाकमाल है गुरुजी, हमेशा आप हमारे मन की सुनते और तुरंत हमें उसका जवाब मिल जाता है। और इधर संडे को हमारे यहाँ पे हमारी सोसाइटी मतलब अपने हमारी कॉलोनी में ही अपना शहीदी दिवस मनाया गया था, तो हम वहाँ पर गए थे। तो पाठ पे मैंने मतलब आपने ब्लेस किया, हम लोगों ने पाठ अटेंड किया, मत्था टेका और बाद में मैं लंगर भी करके आई थी। गुरुजी का लंगर भी हमें ब्लेस हुआ था, उसके लिए भी बहुत बहुत शुक्राना गुरुजी। बस इसी तरह ब्लेस करते रहना कि हम आपके पास आते रहें, मत्था टेकते रहें, दर्शन करते रहें। गुरुजी कल और संगत जी, मैं ना जब कल रूहानी आंटी के इस प्लेटफॉर्म पे सुनती हूँ ज़्यादातर सत्संग, तो वहाँ एक आंटी जी कह रही थी कि गुरुजी कहते हैं कि जब भी मतलब आप सत्संग करो तो शुरू से करना चाहिए शुरू। तो मैंने शुरू से तो नहीं अब करूँगी, क्योंकि मैं पहले शुरू से कर बता चुकी हूँ। जब मैंने 2022 में गुरुजी के बारे में जानी थी, तो 22 में तो नहीं लेकिन 23 में मैं बहुत अच्छी तरह गुरुजी मेरी ज़िंदगी में 22 में आ गए थे। 2022 में मेरे बेटे की शादी के बाद आ गए थे, यही सर्दियों के दिन थे। जब हमारी गली में गुरुजी का सत्संग होना शुरू हुआ था, तो मैंने पहला अटेंड किया था, तो मुझे बहुत आनंद आया। इतने में 2023 आ गया, तो हर महीने हमारी गली में मंदिर में होता है, तो मैं अटेंड करती रही। तो और गुरुजी के बारे में मुझे जानकारी मिली, मतलब सरल शब्दों में गुरुजी ने मेरा हाथ पकड़ा था। तो 2023 में मैं जब उनके सत्संग सुनती रही, मैं घर में भी फिर मैं यूट्यूब पे सुनने लगी, उनके मैसेज भी मुझे आने लगे, तब मेरा उनसे हुआ। इससे पहले मैंने गुरुजी के बारे में ज़्यादा नहीं सुना था। लेकिन अब मैं पीछे की अपना वो सोचती हूँ कि गुरुजी तो पहले से ही मेरे साथ थे। तब मैं बजरंगबली के रूप में वो मेरे साथ हमेशा से ही रहे हैं। उस समय मैं जय बजरंगबली ही बोलती थी, क्योंकि कई बार ऐसी स्थितियां आई, बहुत बुरा मतलब उतार चढ़ाव आया, तो गुरुजी ने हमेशा हाथ दे के रखा और हमें उस मुसीबत से बाहर निकाला। और उसके बाद भी जब भी उतार चढ़ाव आए, गुरुजी कहते हैं ना, गुरुजी तभी हाथ पकड़ते हैं जब अंदर से इंसान टूट जाता है। तो मैं बहुत उसमें डिटेल में तो अब नहीं बताऊंगी, क्योंकि सत्संग तो बहुत बड़ा हो जाएगा फिर, लेकिन मैं शॉर्ट में अपनी ये बात जरूर आपसे शेयर कर दूंगी। ये था कि भाई इससे पहले कोरोना भी मेरे हस्बैंड अंकल को हो गया था, जब फर्स्ट लहर आई थी। तो आप इमेजिन करिए, उस समय तो लॉकडाउन भी लगा हुआ था, लेकिन हाथ देकर गुरुजी ने मेरे हस्बैंड को, वो 11 दिन एडमिट रहे थे पीजीआई में और ठीक होके अपने घर आए। उसके लिए बहुत बहुत शुक्राना गुरुजी, उस समय आपने मेरा हाथ पकड़ा। उसी समय मेरे उससे थोड़े साल 2 साल पहले ही, मेरी 1.5 साल पहले मेरी बेटी की शादी हुई थी, बड़ी वाली की। तो उसके ना घर में बड़ा वो ठीक नहीं चल रहा था दोनों में, और यहाँ मेरे हस्बैंड अंकल भी बीमार थे। उन्हीं दिनों वो मेरे पास आ गई थी, कोरोना है और थोड़ा पापा एडमिट थे, वो आ गई। फिर उसने जैसे जैसे मुझे बताया, वो सुखी नहीं थी, बहुत टॉर्चर, मतलब उसको अब क्या बताएं, दोनों में बनती नहीं थी, हस्बैंड वाइफ में ठीक नहीं था उनका सब। तो रोती भी थी, उदास भी थी, मैं सुन के मैं भी घबरा सी गई थी। और मेरे हस्बैंड भी, अब अंकल भी बीमार थे, तो किससे शेयर करूं, मतलब बड़ा कठिन टाइम था। लेकिन मैंने, मेरे गुरुजी, मेरे बजरंगबली, उनका नाम मैं लेती रही। तो उन्होंने मेरे को रास्ता दिखाया। बेटी को मैंने वापस फिर वहां नहीं भेजा था, लेकिन मेरी बेटी का इतना मेंटल स्ट्रेस इस चीज का उसको हो गया था, इतना ज्यादा उसने परेशान किया होगा, या इसके कर्मों का फल था, जो भी था, कि बहुत दुखी हो गई थी। इसको फ्रस्ट्रेशंस होने लग गई, डिप्रेशन में आ गई, चुप्पी हो गई, बोलती भी ज्यादा नहीं थी, हमेशा उदास रहने लगी, किसी से भी बात नहीं करती थी, इवन अपने भाई बहनों से भी नहीं। जब भी बात करती थी तो फ्रस्ट्रेट, और क्या बताएं, मतलब अब आप समझ सकते हो, फ्रस्ट्रेटेड और डिप्रेस बंदा कैसे बातें करता है। हर एक से शिकायतें होने लगी। ऐसी स्थिति हो गई कि अब मैं उसको समझाती भी थी तो वो मुझ पे भी नाराज होती थी, अपने मम्मी पापा पे नाराज होने लगी, भाई बहनों से भी उसकी चलने लगी, फ्रेंड्स भी कम हो गए, अलूफ टाइप की हो गई, चिड़चिड़ी सी। क्या मतलब ऐसी सिचुएशन हो गई कि उसको देख देख के मैं और मेरे हस्बैंड अंकल दुखी होने लगे। समय बीतता गया, मेरे बेटा भी शादी लायक था, उसकी भी हमें बात पक्की हो गई थी, शादी भी करनी थी। अब सोचिए, एक 2022 में मैंने उसकी शादी की, और 2022 फरवरी में मेरे बेटे की शादी हुई, और उसी मार्च में मेरी बेटी का डिवोर्स फाइनल हो गया। तो मतलब हम इतने बुरे पीरियड से निकले ना। उस समय मेरे गुरुजी थे जिन्होंने मुझे हिम्मत दी, क्योंकि मेरे हस्बैंड अंकल भी
दुखी बहुत हो जाते थे मेरे इसके भाई बहन भी। घर का एटमॉस्फेयर बड़ा ही अजीब हो गया, लेकिन मुझे गुरुजी ने हिम्मत दी कि मैं माहौल ठीक बनाए रखूं। अंदर से तो मैं संगत जी बहुत रोती थी, लेकिन सबके सामने मैं इतना शो नहीं करती थी कि कोई बात नहीं, हो गया, हो जाता है, किसी का नहीं हुआ। लेकिन दुख बहुत होता था, क्योंकि हमारी बड़ी बेटी थी। जब बच्चा ही सुखी ना हो तो बंदा क्या करे। और जिंदगी में सुख दुख देखिए साथ चलते हैं। एक बच्चे का घर मेरा टूटा, दूसरे की शादी हो रही थी। इस स्थिति से निकल निकल के मैं भी अंदर से टूटती जा रही थी, और इसकी भी तबीयत बिगड़ती जा रही थी। और दूसरा एक बात लेकिन संगत जी इसके साथ ये थी कि इसकी जॉब अच्छी थी, लेकिन जॉब में भी अब इसको तसल्ली नहीं थी, क्योंकि इसे खास अपने मनपसंद प्रमोशन नहीं मिल रहा था। ये अपनी प्रोफेशनल लाइफ से भी वो फ्रस्ट्रेट थी, और पर्सनल लाइफ तो ऐसी ही गड़बड़ी थी इसकी। मतलब 2-3 साल 23 और 24 में बहुत उदासी थी घर में। लेकिन मैं गुरुजी के सत्संग सुनती रहती थी, गुरुजी पे विश्वास करती थी मैं। अब गुरु बड़े मंदिर जब भी मैं जाती थी दिल्ली में, मंदिर भी होके आई। जब ये पीरियड चल रहा था ना उसकी, तब भी मैं मंदिर भी मत्था टेक के आई थी। और बहुत इसका स्वभाव अजीब सा हो गया था, किसी से भी बात नहीं करती थी, जिससे करती थी उससे इसकी लड़ाई, फ्रेंड्स भी कम हो गए, ग्रुप भी छोड़ दिया। मतलब अजीब सा हो गया था, और हम दुखी होते थे इसको देख के। दोबारा सेटल होने की बात सुन के राजी नहीं थी, समझ नहीं आ रहा था क्या करें। तो गुरुजी ने उस पीरियड में मेरा हाथ पकड़ा था। और सच मानिए संगत जी, जिस दिन से गुरुजी आए, धीरे 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 ऐसे ऐसे बदलाव आए कि अब बहुत पहले से बहुत अच्छा हो गया। मेरी बेटी का अब, मैं बेटी को लेके भी बड़े मंदिर गई। वहां मैंने कहा गुरुजी अब ये आपके हवाले है, इसको आप पर्सनल और प्रोफेशनल दोनों लाइफ में ठीक करो, खुशियां दो, इसकी झोलियां भी खुशियों से भरो, क्योंकि समय निकलता जा रहा है। उसके साथ भी न्याय करो, बहुत दुखी है बेचारी। मतलब मैंने भी बहुत अरदास की, वो भी गई, तो धीरे 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 ठीक होने लगा। और हमारे में भी मतलब पॉजिटिविटी आने लगी। जो हम लोग बिल्कुल वैसे टूटे जा रहे थे, मैं पॉजिटिव होने लगी। घर का एटमॉस्फेयर भी, मेरे होने से फिर मेरे हस्बैंड अंकल के भी गुरुजी का नाम लिया, गुरुजी से अरदास करते रहे, तो ये ठीक होने लगी थोड़ी थोड़ा। इसका स्वभाव बहुत तो नहीं एकदम से, लेकिन ठीक थोड़ा थोड़ा बेटर होने लगा। और अब इसको अपनी प्रोफेशनल लाइफ में एक जंप भी अच्छा मिला, जिसकी उम्मीद है ये 2 साल से लगाए, 1.5-2 साल से तो लगा ही रही थी, लेकिन अब जाके मिला। उसके लिए बहुत बहुत शुक्राना गुरुजी, बहुत शुक्राना। इससे भी ये खुश हो गई। अब इसका स्वभाव भी थोड़ा ठीक हो गया, भाई बहनों से भी बात करती है, भाई भाभी से भी बात करती है, बहुत ठीक है। मतलब पहले से थोड़ी हंसमुख भी हो गई है, घूमती फिरती भी है। पहले तो सबसे कट गई थी। लेकिन गुरुजी, अब मेरी एक ही अरदास है, आपने जब से हाथ पकड़ा है सब अच्छा होने लगा है। मेरे हस्बैंड अंकल की भी हेल्थ आपने ब्लेस की, मैं भी ठीक हूँ, बहू बेटे भी ठीक हैं, छोटे बेटी और वो भी ठीक है, उनकी जिंदगी में भी अब खुशियां आई हैं। मेरे जवाई का अच्छा जीएम ऑफिस में ट्रांसफर भी हो गया है। मतलब सब कुछ अच्छा। इसके लिए बहुत बहुत शुक्राना, अनंतम अनंतम शुक्राना। और गुरुजी अब मैंने आपसे एक अरदास लगाई है कि अब मेरी बेटी की थोड़े पर्सनल लाइफ भी आपके ही हाथ में है। आप समझ रहे हो गुरुजी मैं क्या कह रही हूँ। अच्छा संगत जी, ये शॉर्टकट से मैंने आपको अपना पिछला बता दिया, क्योंकि कल जब मैंने सत्संग सुना तो मुझे लगा मुझे भी अपना पुराना थोड़ा सा आपसे शेयर करना चाहिए, क्योंकि एकदम अब वर्ड टू वर्ड करेंगे तो बहुत लंबा सत्संग हो जाएगा। तो मोटे अब गुरुजी की बहुत ही कृपा है, सब कुछ अच्छा अच्छा हो रहा है, रुके काम भी पूरे हो रहे हैं, और आगे भी बहुत अच्छा होगा, मुझे पूरा विश्वास है। मेरे गुरु जी पालन हारे अंग संग रहंदे ने, मेरे गुरु जी पालन हारे अंग संग रहंदे ने, सुन सजदाए दरबार अंग संग रहंदे ने, मेरे गुरु जी पालन हारे अंग संग रहंदे ने। अच्छा संगत जी, अब अपना मैं आज का सत्संग तो यहीं पे विराम देती हूँ, और फिर जल्दी नए सत्संग के साथ आऊंगी। और अब मैं गुरु जी का मंत्र जाप करूंगी। ओम नमः शिवाय, शिव जी सदा सहाय। ओम नमः शिवाय, गुरु जी सदा सहाय। ओम नमः शिवाय, शिव जी सदा सहाय। ओम नमः शिवाय, गुरु जी सदा सहाय। जय गुरु जी, शुक्राना गुरु जी। रूहानी आंटी आपको भी जय गुरु जी। बहुत बहुत शुक्राना संगत जी सत्संग को सुनने के लिए।
आप सबसे रिक्वेस्ट है, चैनल पे नए हैं तो चैनल को सब्सक्राइब कर लें, और अगर आप भी अपना सत्संग शेयर करना चाहते हैं तो आप हमारे व्हाट्सएप नंबर 8755410703 पर अपना सत्संग रिकॉर्ड करके भेज सकते हैं। ईमेल एड्रेस डिटेल्स नीचे डिस्क्रिप्शन बॉक्स में मेंशन है। ध्यान रखें, सत्संग जब भी भेजें शांत वातावरण में बैठकर उसको रिकॉर्ड करें और आपकी आवाज़ में क्लैरिटी हो। जय गुरु जी, शुक्राना गुरु जी।